ਤਾਰਨ ਅੰਮ੍ਰਿਤਸਰ ਸ਼ਹਿਰੀ ਤੇ ਅੰਮ੍ਰਿਤਸਰ ਰੂਰਲ ਦੇ ਜ਼ਿਲ੍ਹਿਆਂ ਦੀ ਅੱਜ ਆਪਾਂ ਹੇਅਰਿੰਗ ਰੱਖੀ ਸੀ। ਸਾਡੇ ਵੱਲੋਂ 26 ਕੇਸ ਇੱਥੇ ਆਲਰੇਡੀ ਆਏ ਹੋਏ ਸਨ ਤੇ 136 ਕੇਸ ਆਲਰੇਡੀ ਇਹਨਾਂ ਤਿੰਨੋਂ ਜ਼ਿਲ੍ਹਿਆਂ ਕੋਲ ਪੁਰਾਣੇ ਪਏ ਹੋਏ ਸੀ। ਜਿਹੜੀ ਇਹਨਾਂ ਨੂੰ ਲੈ ਕੇ ਕਿਹਾ ਸੀ ਕਿ ਦੋਨੋਂ ਪਾਰਟੀਆਂ ਲੈ ਕੇ ਆਓ ਤੇ ਉਹਨਾਂ ਨੂੰ ਹੁਣ ਸੁਣ ਰਹੇ ਆ। ਇੱਕ ਹੋਰ ਆਪਾਂ ਪੁਲਿਸ ਡਿਪਾਰਟਮੈਂਟ ਤੇ ਐਡਮਿਨਿਸਟ੍ਰੇਸ਼ਨ ਨੂੰ ਆਪਾਂ ਇੱਕ ਟਾਈਮ ਬਾਉਂਡ ਕਰ ਰਹੇ ਆ ਕਿ ਸਾਡੇ ਕੋਲ ਹੁਣ ਕਮਿਸ਼ਨ ਤੋਂ ਜਿੰਨੀਆਂ ਵੀ ਲੇਟੈਸਟ ਪਿਛਲੇ 2 ਮਹੀਨੇ 'ਚ ਕੰਪਲੇਂਟਸ ਆ ਰਹੀਆਂ ਨੇ ਸਾਨੂੰ ਉਹਨਾਂ ਦਾ ਇੱਕ ਟਾਈਮ ਬਾਉਂਡ ਕਰ ਦਿੱਤਾ ਜਾਏਗਾ। 15 ਦਿਨ ਦੇ ਦਿੱਤੇ ਜਾਣਗੇ ਐਡਮਿਨਿਸਟ੍ਰੇਸ਼ਨ ਤੇ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਦੋਨਾਂ ਨੂੰ ਕਿ ਸਾਨੂੰ ਇਹਨਾਂ ਦਾ ਜਵਾਬ ਜੋ ਵੀ ਹੈ। ਜਿਹੜੇ ਲੋਕ ਵਿਚਾਰੇ ਆਪਣੀ ਸੁਣਵਾਈ ਲਈ ਆਏ ਨੇ ਉਹਨਾਂ ਨੂੰ ਰਿਲੀਫ ਦੇਣ ਲਈ 15 ਦਿਨ ਨੇ ਸਾਨੂੰ ਇਹ ਉਹਨਾਂ ਕੇਸਿਸ ਦਾ ਰਿਵਰਟ ਜਲਦ ਤੋਂ ਜਲਦ ਕਰਨ ਤਾਂ ਕਿ ਸਾਨੂੰ ਪਤਾ ਚੱਲ ਸਕੇ ਇਹਨਾਂ ਦੀ ਜਵਾਬਦੇਹੀ ਕੀ ਹੈ ਔਰ ਕਿੱਥੇ ਲੋਕਾਂ ਦੀ ਸੈਟੀਸਫੈਕਸ਼ਨ ਕਿੱਥੇ ਸਟੈਂਡ ਕਰ ਰਹੀ ਹੈ। ਅਦਰਵਾਈਜ਼ ਕਮਿਸ਼ਨ ਜਿਹੜੇ ਕੇਸ ਹੈ ਸਾਨੂੰ ਨਹੀਂ ਇਹਨਾਂ ਤੋਂ ਸੌਰਟ ਆਊਟ ਹੋ ਪਾਏ। ਸਮ ਟਾਈਮ ਹੁੰਦਾ ਹੈ ਕਿ ਲੋਕੀ ਆਪਾਂ ਇਸ ਪ੍ਰੋਬਲਮ ਨੂੰ ਸਮਝਦੇ ਹਾਂ ਕਿ ਲੋਕੀ ਇਨਸਾਫ ਤੇ ਇੱਕ ਹੀ ਪਾਰਟੀ ਨੂੰ ਮਿਲਣਾ ਹੈ ਨਾ। ਲੋਕੀ ਸੈਟੀਸਫਾਈਡ ਨਹੀਂ ਹੁੰਦੇ ਤੇ ਫਿਰ ਕਮਿਸ਼ਨ ਕੋਲ ਦੁਬਾਰਾ ਉਹ ਕੇਸ ਸਾਡੇ ਅਫਸਰ ਵਾਪਸ ਭੇਜ ਦਿੰਦੇ ਨੇ ਤੇ 15 ਦਿਨ ਦਾ ਹੁਣ ਟਾਈਮ ਬਾਉਂਡ ਕਰ ਦਿੱਤਾ ਜਾਏਗਾ ਕਿਉਂਕਿ ਬਹੁਤ ਸਾਰੀਆਂ ਕੰਪਲੇਂਟਸ ਕਮਿਸ਼ਨ ਤੋਂ ਵੀ ਭੇਜੀਆਂ ਗਈਆਂ ਨੇ ਤੇ ਇਹਨਾਂ ਕੋਲ ਹਾਲੇ ਬਹੁਤ ਸਾਰਾ ਬੱਚੇ ਪੂਰੇ ਪੰਜਾਬ ਵਿੱਚ ਹੀ ਜ਼ਿਲ੍ਹਿਆਂ 'ਚ ਬਹੁਤ ਸਾਰਾ ਹਾਲੇ ਸਾਡਾ ਕਿਸ ਤਰ੍ਹਾਂ ਦੇ ਕੇਸਿਸ ਆ ਰਹੇ ਨੇ ਯਾਰ ਕੀ ਕਰਨਾ ਤੂੰ ਕੇਸਿਸ ਹਰ ਤਰ੍ਹਾਂ ਦੇ ਕੇਸਿਸ ਨੇ। ਮੈਰਿਟਲ ਡਿਸਪਿਊਟ ਦੇ ਨੇ, ਝਗੜਿਆਂ ਦੇ ਨੇ, ਕੁਝ ਕੇਸਿਸ ਏਦਾਂ ਦੇ ਨੇ ਜਿਹੜੇ ਕੋਰਟ ਵਿੱਚ ਚੱਲ ਰਹੇ ਨੇ। ਕੋਰਟ ਕੇਸ ਨੂੰ ਮਾਨਯੋਗ ਕੋਰਟ ਨੂੰ ਕਮਿਸ਼ਨ ਨਹੀਂ ਦੇਖ ਸਕਦਾ। ਕੁਝ ਪੰਜਾਬ ਦੇ ਜਿਹੜੇ ਵਿਚਾਰੇ ਭੋਲੇ ਭਾਲੇ ਲੋਕ ਨੇ ਥੱਕੇ ਹੋਏ ਨੇ ਉਹ ਆ ਜਾਂਦੇ ਨੇ ਇੱਕ ਉਮੀਦ ਲੈ ਕੇ ਤੇ ਕੋਰਟ ਕੇਸ ਕਮਿਸ਼ਨ ਨਹੀਂ ਦੇਖ ਸਕਦਾ। ਉਹਨਾਂ ਨੂੰ ਦੱਸ ਦਿੱਤਾ ਜਾਂਦਾ ਪਰ ਕੁਝ ਸਾਡੇ ਕੋਲ ਏਦਾਂ ਦੇ ਕੇਸ ਨੇ ਜਿਹੜੇ ਕੋਰਟ ਵਿੱਚ ਚੱਲ ਰਹੇ ਨੇ ਪਰ ਉਹਨਾਂ ਦੀ ਸ਼ਿਕਾਇਤ ਹੈ ਕਿ ਸਾਨੂੰ ਪੁਲਿਸ ਤੰਗ ਕਰ ਰਹੀ ਹੈ। ਉਹ ਸਾਡਾ ਆਪਾਂ ਜਿਹੜਾ ਸਾਡਾ ਰਾਈਟ ਹੈ ਉਹ ਆਪਾਂ ਉਹਦੇ ਤੇ ਦੇਖਦੇ ਆ ਕਿ ਕੋਈ ਏਦਾਂ ਦੀ ਪ੍ਰੋਬਲਮ ਕਿਸੇ ਵੀ ਪਾਰਟੀ ਨੂੰ ਨਾ ਹੋਏ, ਕੋਈ ਪਰੇਸ਼ਾਨ ਨਾ ਕਰੇ ਕਿਉਂਕਿ ਕੋਰਟ ਕੇਸ ਨੂੰ ਸਿਰਫ ਕੋਰਟ ਹੀ ਦੇਖ ਸਕਦਾ ਹੈ। ਮੈਮ ਲੱਗਦਾ ਨਹੀਂ ਕੇਸ ਇਹ ਵਜੇ ਜ਼ਿਆਦਾ ਕੇਸ ਵੱਧਦੇ ਜਾ ਰਹੇ ਨੇ ਕਿਤੇ ਨਾ ਕਿਤੇ ਪੁਲਿਸ ਦੇ ਉੱਪਰ ਵੀ ਐਲੀਗੇਸ਼ਨ ਲੱਗਦੇ ਨੇ ਕਿ ਪੁਲਿਸ ਮੈਨੇਜ ਨਹੀਂ ਕਰ ਪਾ ਰਹੀ ਤੇ ਵੂਮਨ ਕਮਿਸ਼ਨ ਦੇ ਵੱਲੋਂ ਕੁਝ ਇਹੋ ਜਿਹਾ ਕੁਝ ਕੀਤਾ ਜਾਊਗਾ ਕਿ ਕੁਝ ਫੋਰਸ ਦੇਖੋ ਬਰਡਨ ਤੇ ਹੈ ਹੀ ਹੈ ਨਾ। ਪੁਲਿਸ ਡਿਪਾਰਟਮੈਂਟ ਵਿੱਚ ਵੀ ਸਟਾਫ ਦੀ ਥੋੜੀ ਕਮੀ ਹੈ, ਬਰਡਨ ਤੇ ਹੈ ਹੀ ਹੈ। ਸਾਡੇ ਅੱਜ ਦੇ ਜਿਹੜੇ ਪੁਲਿਸ ਅਫਸਰ ਨੇ ਬੜੇ ਉਮਦਾ ਪੁਲਿਸ ਅਫਸਰ ਨੇ ਜਿਹੜੇ ਯੰਗ ਜਨਰੇਸ਼ਨ ਹੈ ਅੱਗੇ ਆ ਰਹੇ ਨੇ ਇਹ ਲੋਕ ਸਿਸਟਮ ਨੂੰ ਵੀ ਸਮਝਦੇ ਨੇ ਔਰ ਇਹ ਲੋਕਾਂ ਨੂੰ ਕਮਿਸ਼ਨ ਦਾ ਵੀ ਪਤਾ ਕਿ ਕਮਿਸ਼ਨ ਦੀ ਪਾਵਰਸ ਨੇ ਔਰ ਲੋਕਾਂ ਦੀ ਕੀ ਨੀਡਸ ਨੇ। ਤੇ ਸਾਡੇ ਹੁਣ ਇਸ ਟਾਈਮ ਅੰਮ੍ਰਿਤਸਰ ਵਿੱਚ ਬੜੇ ਉਮਦਾ ਆਫੀਸਰ ਪਹਿਲੇ ਵੀ ਸੁਖਚੈਨ ਜੀ ਵੀ ਬਹੁਤ ਅੱਛਾ ਕਰ ਰਹੇ ਸੀ ਹੁਣ ਵਿਕਰਮ ਦੁੱਗਲ ਆਏ ਨੇ ਇਜ਼ ਅ ਵੈਰੀ ਨਾਈਸ ਆਫੀਸਰ। ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਹੁਣ ਤੁਸੀਂ ਮੈਡਮ ਆਪ ਇੱਕ ਵਾਰੀ ਕਿਹਾ ਸੀਗਾ ਕਿਹਾ ਵੀ 500 ਕੇਸਿਸ ਸਾਡੇ ਕੋਲ ਰੋਜ਼ ਆ ਰਹੇ ਨੇ ਕਮਿਸ਼ਨ ਕੋਲ ਤਾਂ 5 ਬੰਦੇ ਨੇ 500 ਕੇਸਿਸ ਸੋਲਵ ਕਰਨਾ ਤਾਂ ਦੂਰ ਕੋਨੀਆਂ ਐਪਲੀਕੇਸ਼ਨ ਨਹੀਂ ਬਣੀਆਂ ਜਾ ਰਹੀਆਂ ਤੇ ਤੁਸੀਂ ਆਪਣੇ ਡਿਪਾਰਟਮੈਂਟ ਨੂੰ ਇਸ ਤਰ੍ਹਾਂ ਇੱਕ ਕੈਪੇਬਲ ਬਣਾਉਣ ਵਾਸਤੇ ਕੀ ਕਰ ਰਹੇ ਹੋ? ਕੋਈ ਗਵਰਨਮੈਂਟ ਕੋਲ ਕੋਈ ਡਿਮਾਂਡ ਕੀਤੀ ਤੁਸੀਂ? ਨਹੀਂ ਗਵਰਨਮੈਂਟ ਕੋਲ ਤੇ ਆਪਾਂ ਬਜਟ ਦੀ ਡਿਮਾਂਡ ਕਰ ਹੀ ਰਹੇ ਹਾਂ ਪਰ ਸਾਡੇ ਕੋਲ ਜੇ 500 ਕੰਪਲੇਂਟਸ ਰੋਜ਼ ਆ ਰਹੀਆਂ ਨੇ ਮੋਸਟ ਆਫ ਦੀ ਕੰਪਲੇਂਟਸ ਲੋਕਾਂ ਦੀ ਇੱਕ ਪੇਸ਼ੈਂਸ ਨੂੰ ਲੈ ਕੇ ਵੀ ਹੈ। ਇੱਕ ਕੰਪਲੇਂਟ ਨੂੰ ਲੋਕੀ 10-10 ਵਾਰੀ ਸਾਨੂੰ ਮੇਲ ਕਰੀ ਜਾ ਰਹੇ ਨੇ ਉਹ ਡਾਟਾ ਤਾਂ ਇਨਬਾਕਸ ਵਿੱਚ ਇਕੱਠਾ ਹੋਈ ਜਾ ਰਿਹਾ ਨਾ। ਮੇਲ ਆਈਡੀ ਵੀ ਹੈਕ ਹੋ ਗਈ ਸਾਡੀ ਦੁਬਾਰਾ ਨਵੀਂ ਮੇਲ ਆਈਡੀ ਬਣਾਈ ਤੇ ਲੋਕਾਂ ਦੀ ਸੈਟੀਸਫੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਬਾਕੀ ਜਿਹੜਾ ਬਰਡਨ ਹੈ ਕਮਿਸ਼ਨ ਤੇ ਹੈ ਹੀ ਹੈ। ਕਮਿਸ਼ਨ ਬਹੁਤ ਅੱਛਾ ਕੰਮ ਕਰ ਰਿਹਾ ਹੈ। ਸੈਟਰਡੇ ਸੰਡੇ ਵਾਲੇ ਦਿਨ ਵੀ ਸਾਡਾ ਸਟਾਫ ਕੰਮ ਕਰ ਰਿਹਾ ਹੈ ਤੇ ਮੈਨੇਜ ਕਰ ਰਹੇ ਹਾਂ। ਸਾਡਾ ਫਰਜ਼ ਜੋ ਬੰਦਾ ਕਰ ਰਿਹਾ ਔਰ ਪੁਲਿਸ ਡਿਪਾਰਟਮੈਂਟ ਉੱਤੇ ਵੀ ਇਸ ਟਾਈਮ ਬੜਾ ਪ੍ਰੈਸ਼ਰ ਹੈ। ਲੋਕਾਂ ਦੀਆਂ ਜਿਹੜੀਆਂ ਲੋਕਲ ਉਹਨਾਂ ਦੀਆਂ ਕੰਪਲੇਂਟਸ ਨੇ ਉਦੋਂ ਸਾਡੀ ਕਮਿਸ਼ਨ ਤੋਂ ਵੀ ਜਿਹੜੀਆਂ ਭੇਜ ਦਿੱਤੀਆਂ ਗਈਆਂ ਨੇ ਤੇ ਮੈਨੂੰ ਪੂਰੀ ਉਮੀਦ ਹੈ ਮੇਲ ਜੁਲ ਕੇ ਇੱਕ ਦੂਜੇ ਦੇ ਸਿਰੇ ਆ ਆਪਾਂ ਪੁਲਿਸ ਡਿਪਾਰਟਮੈਂਟ ਤੇ ਕਮਿਸ਼ਨ ਇੱਕ ਦੂਸਰੇ ਦੇ ਨਾਲ ਰਲ ਕੇ ਆਪਾਂ ਛੇਤੀ ਇਹਦੇ ਤੇ ਲੋਕਾਂ ਦੀ ਐਕਸਪੈਕਟੇਸ਼ਨਸ ਕਿਉਂ ਜ਼ਿਆਦਾ ਕਿਉਂ ਕਮਿਸ਼ਨ ਤੋਂ ਆਉਂਦੇ? ਤੁਹਾਨੂੰ ਕੀ ਲੱਗ ਰਿਹਾ ਕਿ ਨੀਚੇ ਜਸਟਿਸ ਨਹੀਂ ਮਿਲ ਪਾ ਰਿਹਾ ਲੋਕਾਂ ਨੂੰ? ਕਾਫੀ ਕਈ ਸਾਲ ਬਾਅਦ ਸੀ ਕਈਆਂ ਲੋਕਾਂ ਨਾਲ ਗੱਲ ਕੀਤੀ ਕਈ ਸਾਲ ਹੋ ਗਏ ਨੇ ਜਿਹੜੇ ਭਟਕ ਰਹੇ ਨੇ। ਦੇਖੋ ਕਈ ਸਾਲ ਵਾਲੇ ਕੇਸ ਨੇ ਜਿਹੜੇ ਸਿਰਫ ਕੋਰਟ ਵਾਲੇ ਹੀ ਨੇ। ਜਦੋਂ ਲੋਕਾਂ ਨੂੰ ਇੱਕ ਨਈ ਹੋਪ ਨਜ਼ਰ ਆਉਂਦੀ ਹੈ ਪਰ ਉਹਨਾਂ ਨੂੰ ਪਤਾ ਨਹੀਂ ਸ਼ਾਇਦ ਕਮਿਸ਼ਨ ਕੋਰਟ ਕੇਸਿਸ ਨੂੰ ਨਹੀਂ ਦੇਖ ਸਕਦਾ। ਕੋਰਟ ਕੇਸਿਸ ਕੋਰਟ ਹੀ ਦੇਖਦਾ। ਜਿਹੜੇ ਕਈ ਸਾਲ ਵਾਲੇ ਨੇ ਕੇਸ ਇਹ ਸਿਰਫ ਕੋਰਟ ਕੇਸਿਸ ਹੀ ਨੇ। ਸਾਡੇ ਕੋਲ ਵੀ ਇਸ ਤਰ੍ਹਾਂ ਦੇ ਬਹੁਤ ਰੋਜ਼ ਕੇਸ ਆਉਂਦੇ ਨੇ ਔਰ ਦੇਖੋ ਜਦੋਂ ਦੋ ਪਾਰਟੀਆਂ ਕੰਪਲੇਂਟਸ ਲੈ ਕੇ ਆਉਂਦੀਆਂ ਨੇ ਤੇ ਜਸਟਿਸ ਤੇ ਇੱਕ ਨੂੰ ਹੀ ਮਿਲਣਾ ਹੈ ਨਾ। ਤੇ ਇੱਕ ਦਾ ਜਿਹੜਾ ਵਰਜ਼ਨ ਹੈ ਕਿ ਸਾਡੇ ਨਾਲ ਜਸਟਿਸ ਨਹੀਂ ਹੋਇਆ ਤੇ ਇਹ ਬੜਾ ਇੱਕ ਨੈਚੁਰਲ ਪ੍ਰੋਸੈਸ ਹੈ ਪਰ ਇਸ ਤਰ੍ਹਾਂ ਨਹੀਂ ਹੁੰਦਾ। ਪਰ ਸਮ ਟਾਈਮ ਕਿ ਹੁਣ ਇੱਕ ਸਾਡੇ ਕੋਲ ਕੇਸ ਆਇਆ ਸੀ ਤਰਨ ਤੋਂ ਸਾਡੀ ਆਫੀਸਰ ਨੇ ਫੈਸਲਾ ਕਰਾਤਾ ਪਿੰਡ 'ਚ ਸਰਪੰਚ 'ਚ ਬੈਠ ਕੇ ਫੈਸਲਾ ਹੋ ਗਿਆ 5 ਲੱਖ ਰੁਪਇਆ ਵੀ ਲੈ ਲਿਆ ਫੈਸਲੇ ਤੇ ਸਾਈਨ ਵੀ ਕਰਤੇ। ਹੁਣ ਫਿਰ ਕਹਿੰਦੇ ਜੀ ਮੈਡਮ ਮਨੀਸ਼ਾ ਗੁਲਾਟੀ ਕੋਲ ਜਾਣਾ है कि फैसला कैंसिल करना है। इस तरह नहीं होता।
ਥੋੜੀ ਜਿਹੀ ਪੇਸ਼ੈਂਸ ਵੀ ਰੱਖਣੀ ਪਏਗੀ। ਉਹਨੇ ਜਿਹੜਾ ਇੱਕ ਮਾਹੌਲ ਬਣ ਚੁੱਕਾ ਹੈ ਉਹ ਜਿੰਦੇ ਚ ਲਾਅ ਚ ਇਕੁਐਲਿਟੀ ਆਣੀ ਬਹੁਤ ਜ਼ਰੂਰੀ ਹੈ ਕਿ ਸਮਾਨਤਾ ਦਾ ਅਧਿਕਾਰ ਕਾਨੂੰਨ ਵਿੱਚ ਔਰਤ ਔਰ ਆਦਮੀ ਨੂੰ ਬਰਾਬਰੀ ਦਾ ਮਿਲਣਾ ਚਾਹੀਦਾ ਹੈ। ਕਿਤੇ ਨਾ ਕਿਤੇ ਪਰਫੈਕਸ਼ਨ ਕਿਸੇ ਚੀਜ਼ ਵਿੱਚ ਇਸ ਵੇਲੇ ਤੁਹਾਨੂੰ ਕੀ ਲੱਗਦਾ ਕਿ ਲਾ ਇਨ ਦੀ ਫੇਵਰ ਆਫ ਲੇਡੀਜ਼ ਹੈ? ਇਸ ਤਰ੍ਹਾਂ ਨਹੀਂ ਹੈ, ਡਿਪੈਂਡ ਕਰਦਾ ਹੈ ਪਰਸਨੈਲਿਟੀ ਟੂ ਪਰਸਨੈਲਿਟੀ। ਓਵਰਆਲ ਤੇ ਇਹ ਹੈ ਹੀ ਇੱਕ ਬਣਿਆ ਹੋਇਆ ਜਿਹੜਾ ਕਿ ਔਰਤ ਦੀ ਜਦੋਂ ਥਾਣਿਆਂ ਜਾਂ ਕੋਰਟਾਂ 'ਚ ਜਾਂ ਕਿਤੇ ਵੀ ਜ਼ਿਆਦਾ ਸੁਣਵਾਈ ਹੁੰਦੀ ਹੈ। ਪਰ ਮੈਂ ਸਿਰਫ ਇੱਥੇ ਆਪਣੀ ਗੱਲ ਕਰਾਂਗੀ ਕਿ ਐਜ ਏ ਕਮਿਸ਼ਨ ਦੀ ਚੇਅਰਪਰਸਨ ਮੇਰੇ ਵਾਸਤੇ ਔਰਤ ਹੋਏ ਆਦਮੀ ਹੋਏ ਜੋ ਠੀਕ ਹੈ ਉਹ ਠੀਕ ਹੈ, ਜੋ ਗਲਤ ਹੈ ਉਹ ਗਲਤ ਹੈ। ਤੇ ਤੁਹਾਡੇ ਵੱਲੋਂ ਕਿੰਨੀ ਕੋਸ਼ਿਸ਼ ਕੀਤੀ ਜਾਂਦੀ ਵੀ ਕਿੰਨੀ ਦੇਰ ਚ ਕੇਸ ਸੋਲਵ ਹੋ ਜਾਏ ਕੋਈ ਵੀ? ਐਜ ਏ ਪੱਤਰਕਾਰ ਤੁਸੀਂ ਕੀ ਦੇਖਦੇ ਹੋ ਮੇਰੀ ਕੋਸ਼ਿਸ਼ ਨੂੰ? ਤੁਸੀਂ ਕੀ ਕਹਿੰਦੇ ਹੋ? ਨਹੀਂ ਮੈਂ ਤਾਂ ਪੁੱਛ ਰਿਹਾ ਜੀ। ਨਹੀਂ ਤੁਸੀਂ ਕੀ ਤੁਸੀਂ ਮੈਨੂੰ ਕਦੇ ਟਾਈਮ ਤੋਂ ਆਬਜ਼ਰਵ ਕਰ ਹੀ ਰਹੇ ਹੋ। ਤੁਸੀਂ ਤੁਹਾਡੇ ਤਾਂ- ਸਵਾਲ ਦਾ ਜਵਾਬ ਤੇ ਤੁਹਾਡੇ ਕੋਲ ਹੀ ਹੋਏਗਾ। ਮੇਰੀ ਕੋਸ਼ਿਸ਼ ਨੂੰ ਤੁਸੀਂ ਕਿੱਥੇ ਦੇਖਦੇ ਹੋ? ਤੁਸੀਂ ਟਾਈਮ ਬਾਉਂਡ ਕਰਦੇ ਹੋ, ਜਿਵੇਂ ਤੁਸੀਂ ਅੱਜ ਕਿਹਾ ਵੀ ਮੈਂ 15 ਦਿਨ ਦਾ ਟਾਈਮ ਬਾਉਂਡ ਕਰਦਾ, ਪੁਲਿਸ ਆਫੀਸਰ ਨੂੰ ਵੀ ਕਰਦਾ, ਇਹ ਅੱਜ ਕੀਤਾ ਤੁਸੀਂ। ਨਹੀਂ ਮੈਂ ਬੜੇ ਟਾਈਮ ਤੋਂ ਹੀ ਮੇਰੀ ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਹੀਅਰਿੰਗ ਹੁੰਦੀ ਹੈ ਕਿਉਂਕਿ ਅੰਮ੍ਰਿਤਸਰ ਦੇ ਨਾਲ ਜਿਹੜੇ ਬਾਕੀ ਜ਼ਿਲ੍ਹੇ ਜੁੜੇ ਹੋਏ ਨੇ। ਮੇਰਾ ਸਭ ਤੋਂ ਜ਼ਿਆਦਾ ਪੂਰੇ ਪੰਜਾਬ ਵਿੱਚ ਪ੍ਰੈਸ਼ਰ ਹੀ ਕਿਉਂਕਿ ਮੇਰਾ ਹੋਮ ਟਾਊਨ ਵੀ ਹੈ। ਹੋਮ ਟਾਊਨ ਨਾ ਹੈ ਮੇਰਾ ਹੁਣ ਇਸ ਟਾਈਮ ਹੋਮ ਟਾਊਨ ਪੂਰਾ ਪੰਜਾਬ ਹੀ ਬਣ ਚੁੱਕਾ ਹੈ। ਮੇਰਾ ਯੂਥ ਮੇਰੇ ਸੀਨੀਅਰ ਸਿਟੀਜ਼ਨ ਫੇਸ ਕਰ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚੁਣ ਕੇ ਵੀ ਨੁਮਾਇੰਦੇ ਆਉਂਦੇ ਨੇ ਉਹਨਾਂ ਦੀ ਵੀ ਰਿਸਪੌਂਸਿਬਿਲਿਟੀਜ਼ ਬਣਦੀ ਹੈ। ਹੁਣ ਆਪਾਂ ਅੱਗੇ ਆਉਣ ਵਾਲੇ ਸਮੇਂ 'ਚ ਪਿੰਡ ਟੂ ਪਿੰਡ ਸਾਡੀ ਜ਼ਿਲ੍ਹੇ ਟੂ ਜ਼ਿਲ੍ਹੇ ਅਦਾਲਤਾਂ ਲੱਗਣਗੀਆਂ। ਜਵਾਬਦੇਹੀ ਮੰਗੀ ਜਾਏਗੀ ਪੁਲਿਸ ਡਿਪਾਰਟਮੈਂਟ ਤੇ ਐਡਮਿਨਿਸਟ੍ਰੇਸ਼ਨ ਤੋਂ ਕਿ ਜਿਹੜੇ ਕੇਸਿਸ ਕਮਿਸ਼ਨ ਨੇ ਭੇਜੇ ਨੇ ਹੁਣ ਤੱਕ ਉਹਨਾਂ ਦਾ ਕੀ ਨਿਕਲ ਕੇ ਆਇਆ ਨਤੀਜਾ, ਕਿੰਨੇ ਕੇਸ ਤੁਸੀਂ ਸੋਲਵ ਕਰਤੇ, ਕਿੰਨੇ ਪੈਂਡਿੰਗ ਪਏ ਹੋਏ ਨੇ। ਤੇ ਮੈਂ ਹੁਣ ਸਾਡਾ ਹਰ ਜ਼ਿਲ੍ਹੇ 'ਚ ਸ਼ੁਰੂ ਹੋਣ ਵਾਲਾ ਸਾਡਾ ਕੰਮ। ਉਮੀਦ ਹੈ ਦੇਖੋ ਪ੍ਰੈਸ਼ਰ ਬਹੁਤ ਹੈ ਕਿ ਜਲਦੀ ਆਪਾਂ ਲੋਕਾਂ ਨੂੰ ਥੋੜੀ ਜਿਹੀ ਸਿਰਫ ਇੱਕ ਤੁਹਾਡੀ ਮੀਡੀਆ ਰਾਹੀਂ ਅਪੀਲ ਹੀ ਹੈ ਥੋੜਾ ਜਿਹਾ ਪੇਸ਼ੈਂਸ ਰੱਖਣ। ਦੇਰ ਜ਼ਰੂਰ ਹੋ ਰਹੀ ਹੈ ਪਰ ਜੇ ਮਨੀਸ਼ਾ ਗੁਲਾਟੀ ਕੋਲ ਕਮਿਸ਼ਨ ਵਿੱਚ ਕੋਈ ਕੰਪਲੇਂਟ ਆਈ ਹੈ ਕਿਸੇ ਦੇ ਵੀ ਖਿਲਾਫ ਹੋਏ, ਤੁਹਾਡੇ ਆਪਣੇ ਫੈਮਿਲੀ ਡਿਸਪਿਊਟ ਹੋਣ, ਐਡਮਿਨਿਸਟ੍ਰੇਸ਼ਨ ਦੇ ਖਿਲਾਫ ਹੋਏ, ਤੁਹਾਨੂੰ ਜਸਟਿਸ ਮਿਲ ਕੇ ਰਹੇਗਾ ਪਰ ਥੋੜਾ ਜਿਹਾ ਸਬਰ ਰੱਖਣਾ ਪਏਗਾ। ਮੈਮ ਇੱਕ ਹੋਰ ਗੱਲ ਹੈ ਕਿ 15 ਦਿਨ ਦਾ ਜਿਵੇਂ ਆਪਨੇ ਟਾਈਮ ਬਾਉਂਡ ਕੀਤਾ ਹੈ, ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਟਾਈਮ ਬਾਉਂਡ ਦੀ ਗੱਲ ਕਹੀ ਜਾਏਗੀ? ਜਿਸ ਤਰ੍ਹਾਂ ਐਸਐਸਪੀ ਸਾਹਿਬ ਨੂੰ ਕੋਈ ਕੰਪਲੇਂਟ ਆ ਕੀਤੀ ਉਹ 'ਚ ਟਾਈਮ ਬਾਉਂਡ ਨਹੀਂ ਹੁੰਦਾ, ਤੇ ਆਪ ਵੱਲੋਂ 15 ਦਿਨ ਦਾ ਟਾਈਮ ਬਾਉਂਡ ਹੈ ਪਰ ਉਧਰੋਂ ਨਹੀਂ ਹੁੰਦਾ। ਕਿੱਧਰੋਂ? ਜਿਸ ਤਰ੍ਹਾਂ ਐਸਐਸਪੀ ਸਾਹਿਬ ਦੇ ਕੋਈ ਕੰਪਲੇਂਟ ਕਰਦੇ ਜਾਂ ਡੀਸੀ ਸਾਹਿਬ ਦੇ ਉਹ 'ਚ ਟਾਈਮ ਬਾਉਂਡ ਨਹੀਂ ਦੇਖੋ ਹੁੰਦਾ। ਮੈਂ ਆਪਣੀ ਗੱਲ ਕਰਾਂਗੀ, ਮੈਂ ਸਿਰਫ ਆਪਣੀ, ਤੁਸੀਂ ਕਮਿਸ਼ਨ ਦੀ ਮੇਰੇ ਨਾਲ ਕਮਿਸ਼ਨ ਦੀ ਗੱਲ ਕਰੋ, ਐਸਐਸਪੀ ਸਾਹਿਬ ਦੀ ਗੱਲ ਐਸਐਸਪੀ ਨਾਲ ਆਫਿਸ ਵਿੱਚ ਜਾ ਕੇ ਕਰੋ, ਮੇਰੇ ਨਾਲ ਇੱਥੇ ਕਮਿਸ਼ਨ ਦੀ ਗੱਲ ਕਰੋ। ਮੈਨੂੰ ਜੇ ਜਵਾਬਦੇਹੀ ਚਾਹੀਦੀ ਹੋਏਗੀ ਤਾਂ ਮੈਂ ਡਾਇਰੈਕਟ ਐਸਐਸਪੀ ਨੂੰ ਕਰਾਂਗੀ, ਉਹ ਮੈਨੂੰ ਬਾਉਂਡ ਨੇ ਜਵਾਬ ਦੇਣ ਵਾਸਤੇ। ਤੁਸੀਂ ਮੇਰੇ ਨਾਲ ਇੱਥੇ ਆਪਣੀ ਗੱਲ ਕਰੋ, ਐਸਐਸਪੀ ਦੀ ਗੱਲ ਐਸਐਸਪੀ ਨਾਲ ਕਰੋ। ਮੈਮ ਘਰੇਲੂ ਝਗੜੇ ਬਹੁਤ ਜ਼ਿਆਦਾ ਮੈਂ ਆਈਡੀ ਕਰਾਉਂਦਾ ਨਹੀਂ ਕਰ ਰਿਹਾ 80% ਘਰੇਲੂ ਝਗੜੇ ਹੁੰਦੇ ਉਹਨਾਂ ਪਿੱਛੇ ਰੀਜ਼ਨ ਕੀ ਹੈ? ਜ਼ਰੂਰੀ ਨਹੀਂ ਹੈ ਬੇਟਾ ਬੈਲੈਂਸ ਨਹੀਂ, ਸਾਡੇ ਅੱਜ ਕੱਲ ਦੇ ਬੱਚਿਆਂ ਨੂੰ ਬੈਲੈਂਸ ਕਰਨਾ ਚਾਹੀਦਾ ਹੈ। ਹਸਬੈਂਡ ਵਾਈਫ ਇੱਕ ਦੂਜੇ ਦੇ ਪੂਰਕ ਬਣਨ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਪਏਗਾ, ਰਿਸ਼ਤਿਆਂ ਦਾ ਸਨਮਾਨ ਕਰਨਾ ਆਉਣਾ ਚਾਹੀਦਾ। ਕਿਤੇ ਨਾ ਕਿਤੇ ਫੈਮਿਲੀ ਇੰਟਰਫੇਰੈਂਸ ਹੈ ਜਿਹੜੀ ਉਹ ਰਿਸ਼ਤਿਆਂ 'ਚ ਜਿਹੜੀ ਹੈ ਹੋ ਰਹੀਆਂ ਨੇ ਪ੍ਰੋਬਲਮਸ, ਉਹਨਾਂ ਦਾ ਰੀਜ਼ਨ ਬਣ ਰਹੀ ਹੈ। ਤੇ ਇਹਦੇ ਤੇ ਬਹੁਤ ਸਾਰੇ ਵੱਖਰੇ ਰੀਜ਼ਨ ਨੇ ਪਰ ਇਹ ਕਿ ਸ਼ਾਦੀ ਪ੍ਰਾਇੋਰਟੀ ਨਹੀਂ ਹੋਣਾ ਚਾਹੀਦਾ। ਆਪਣੀ ਬੱਚਿਆਂ ਨੂੰ ਲੜਕਾ ਹੋਏ ਲੜਕੀ ਹੋਏ ਪੜਾਓ ਲਿਖਾਓ, ਆਪਣੇ ਪੈਰਾਂ ਤੇ ਖੜਾ ਕਰੋ, ਇੰਡੀਪੈਂਡੈਂਟ ਬਣਾਓ ਔਰ ਸ਼ਾਦੀ ਦਾ ਮਤਲਬ ਸਮਝਣਾ ਚਾਹੀਦਾ। ਔਰ ਜੀਵਨ ਵੀ ਸ਼ਾਦੀ ਤੇ ਹੀ ਆ ਕੇ ਖਤਮ ਨਹੀਂ ਹੁੰਦਾ। ਬੱਚਿਆਂ ਨੂੰ ਇਹ ਸਮਝਣਾ ਪਏਗਾ, ਪੇਰੈਂਟਸ ਨੂੰ ਵੀ ਸਮਝਣਾ ਪਏਗਾ, ਜਾਂ ਤੇ ਮਾਪਿਓ ਬੱਚਿਆਂ ਦੇ ਵਿਆਹ ਨਾ ਕਰਨ, ਵਿਆਹ ਕਰਨ ਤੇ ਉਹਨਾਂ ਨੂੰ ਜੀਵਨ ਜੀਣ ਦੇਣ, ਉਹਨਾਂ ਨੂੰ ਇੱਕ ਫਰੀडम ਹੋਣੀ ਚਾਹੀਦੀ ਹੈ। ਅੱਛਾ ਤੁਸੀਂ ਐਨਆਰਆਈ ਕੇਸਿਸ ਨੂੰ ਲੈ ਕੇ ਮੈਡਮ ਤੁਸੀਂ ਪਿੱਛੇ ਵੀ ਜਸਟਿਨ ਟਰੂਡੋ ਨੂੰ ਲੈਟਰ ਲਿਖੀ ਸੀ ਕਿ ਐਨਆਰਆਈ ਕੇਸਿਸ ਨੂੰ ਲੈ ਕੇ ਕੁਝ ਸਪੈਸ਼ਲ ਕੁਝ ਹੋਰ ਕੀਤਾ ਜਾ ਰਿਹਾ। ਇਸ ਤਰ੍ਹਾਂ ਕਾਫੀ ਸਾਰੇ ਲੋਕ ਸਤਾਏ ਹਨ, ਜਦੋਂ ਯਾਦ ਹੋਏਗਾ ਤੁਹਾਨੂੰ ਤੁਸੀਂ ਪਹੁੰਚੇ ਸੀਗੇ ਉਹਦੇ ਘਰ ਵਿਕਟਮ ਦੇ ਤੇ ਕਾਫੀ ਜ਼ਿਆਦਾ ਲੋਕ ਹਾਂ ਉੱਥੇ ਜੋ ਕਾਰਵਾਈ ਹੋਣੀ ਚਾਹੀਦੀ ਸੀ ਨਹੀਂ ਹੋ ਪਾਈ। 306 ਮੇਰੇ ਹਿਸਾਬ ਨਾਲ ਲੱਗਣੀ ਚਾਹੀਦੀ ਸੀ, 420 ਦਾ ਪਰਚਾ ਦਰਜ ਹੋਇਆ, ਇਮੀਡੀਏਟਲੀ ਹੋਣੀ ਚਾਹੀਦੀ ਸੀ ਪਰ ਮੈਨੂੰ ਉਮੀਦ ਹੈ ਹੋ ਜਾਏਗੀ ਕਾਰਵਾਈ ਉਹਦੇ ਤੇ। ਇਹ ਜਿਹੜੇ ਇਦਾਂ ਦੇ ਬਹੁਤ ਸਾਰੇ ਕੇਸ ਸਾਡੇ ਕੋਲ ਵੀ ਆ ਚੁੱਕੇ ਨੇ ਪਰ ਪਾਰਟਿਕੂਲਰ ਜਿਹੜੇ ਇਹ ਵਾਲੇ ਕੇਸ ਨੇ ਨਾ ਐਨਆਰਆਈ ਸੈੱਲ ਦੇਖਦਾ ਪੰਜਾਬ ਦਾ। ਮੇਰੀ ਏਡੀਜੀਪੀ ਮਿਸਟਰ ਰਾਏ ਨਾਲ ਮੀਟਿੰਗ ਵੀ ਹੋਈ ਸੀ, ਸਾਡੇ ਕੋਲ ਵੀ ਜਿੰਨੇ ਕੇਸ ਇਦਾਂ ਦੇ ਆ ਰਹੇ ਸੀ ਆਪਾਂ ਰੈਫਰ ਕਰਤੇ ਉਧਰ, ਐਨਆਰਆਈ ਸੈੱਲ ਦੇਖਦਾ। ਉਮੀਦ ਹੈ ਪਰ ਥੋੜਾ ਜਿਹਾ ਸਮਝਣਾ ਪਏਗਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਕਿ ਜਿਹੜੀ ਕੰਟਰੈਕਟ ਮੈਰਿਜ ਨੇ ਇਸ ਪਾਸੇ ਨਾ ਜਾਣ, ਸਮਝਣਾ ਪਏਗਾ, ਆਪਣੇ ਬੱਚਿਆਂ ਨੂੰ ਮੈਚੁਰ ਹੋਣ ਦੇਣ। ਇਹਦੇ ਤੇ ਬਹੁਤ ਸਾਰੀ ਗੱਲਾਂ ਨੇ। ਮਤਲਬ ਕੰਟਰੈਕਟ ਮੈਰਿਜ ਦੇ ਬੇਸ ਆਪਣੇ ਖਰਾਬ ਹੋ ਰਿਹਾ ਖਰਾਬ ਹੋ ਰਹੇ ਨੇ।
ਮੈਡਮ ਤਰਨਤਾਰਨ ਦਾ ਇੱਕ ਅਸੀਂ ਕੇਸ ਦੇਖਿਆ ਤੁਹਾਡੇ ਕਿ ਕੋਲ ਆਇਆ ਕੋਸ਼ਿਸ਼ ਹੈ। ਤੁਹਾਡੀ ਇਹੀ ਰਹਿੰਦੀ ਹੈ, ਵੱਡੀ ਐਗਜ਼ਾਮਪਲ ਜਿੱਦਾਂ ਲੈਂਬਰ ਸੈਂਪਲੀ ਕਲਾਕਾਰ ਸੀਗੇ, ਵੱਡੀ ਕੋਸ਼ਿਸ਼ ਤੁਹਾਡੀ ਇਹੀ ਰਹਿੰਦੀ ਹੈ ਤੁਹਾਡੇ ਕਮਿਸ਼ਨ ਦੀ ਕਿ ਦੋਵਾਂ ਪਰਿਵਾਰਾਂ ਨੂੰ ਜੋੜਿਆ ਜਾਵੇ। ਤੁਸੀਂ ਲੋਕਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ? ਚਲੋ ਪੁਲਿਸ ਵੀ ਬਣੀ ਹੈ, ਥਾਣੇ ਵੀ ਹੈ, ਕਚਹਿਰੀਆਂ ਵੀ ਹੈ, ਪਰ ਲੋਕਾਂ ਨੂੰ ਤੁਸੀਂ ਕੀ ਸੇਧ ਦੇਣਾ ਚਾਹੁੰਦੇ ਹੋ? ਅੱਜ ਕੱਲ੍ਹ ਦੇ ਜੋ ਮਾਨਸਿਕ ਤਣਾਅ ਹੈਗਾ ਲੋਕਾਂ ਦੇ ਵਿੱਚ, ਘਰ ਵਾਲੇ 'ਚ ਜਾਂ ਘਰ ਵਾਲੀ 'ਚ ਜਾਂ ਦੋਵਾਂ ਜੀਆਂ 'ਚ ਜਾਂ ਸੱਸ ਸਹੁਰੇ 'ਚ, ਕੀ ਇੱਕ ਉਪਦੇਸ਼ ਕੀ ਦੇਣਾ ਚਾਹੁੰਦੇ ਹੋ? ਇਸ ਲਈ ਕੀ ਕਰਨਾ ਚਾਹੁੰਦੇ ਹੋ? ਦੇਖੋ, ਹਰ ਰਿਸ਼ਤੇ ਦਾ सम्मान ਹੋਣਾ ਚਾਹੀਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਇੱਕ ਲੜਕਾ ਹੈ ਜਿਹੜਾ ਲੜਕੀ 'ਚ ਆਪਣੀ ਮਦਰ ਦੀ ਛਾਇਆ ਢੂੰढਦਾ ਹੈ, ਜੋ ਕਿ ਪੋਸੀਬਲ ਨਹੀਂ ਹੈ। ਅਲੱਗ-ਅਲੱਗ ਪਰਸਨੈਲਿਟੀਜ਼ ਹੁੰਦੀਆਂ ਨੇ, ਅਲੱਗ-ਅਲੱਗ ਪਰਿਵਾਰਾਂ ਤੋਂ ਆਈਆਂ ਹੋਈਆਂ ਨੇ, ਤੇ ਆਪਣੇ ਯਾਦੇ ਵਿਆਹ ਨਾ ਕਰਾਓ। ਵਿਆਹ ਕਰੋ ਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੋ। ਲੜਕੀ ਕੋਈ ਭੈਂਸ ਜਾਂ ਬੱਕਰੀ ਨਹੀਂ ਹੈ, ਜਾਂ ਕੋਈ ਮੇਡ ਨਹੀਂ ਹੈ, ਜਾਂ ਜੇ ਇੱਕ ਦੂਜੇ 'ਚ ਨੁਕਸ ਹੈ, ਤੁਹਾਨੂੰ ਇੱਕ ਦੂਜੇ ਦਾ ਕੋਈ ਟ੍ਰੀਟਮੈਂਟ ਕਰਨ, ਤੁਹਾਨੂੰ ਠੀਕ ਕਰਨ ਨਹੀਂ ਆਇਆ। ਰਿਸ਼ਤਿਆਂ ਦਾ सम्मान ਕਰਨ, ਸ਼ਾਦੀ ਦਾ ਮਤਲਬ ਸਮਝਣ। ਅੱਜ ਕੱਲ੍ਹ ਦੇ ਪੇਰੈਂਟਸ ਨੂੰ ਵੀ ਇੱਕ ਚੀਜ਼ ਨੂੰ ਸਮਝਣਾ ਪਏਗਾ, ਅਗਰ ਆਪਣੇ ਬੱਚਿਆਂ ਦਾ ਵਿਆਹ ਕਰ ਰਹੇ ਹੋ ਤੇ ਬੱਚਿਆਂ ਨੂੰ ਵਿਆਹ ਦਾ ਮਤਲਬ ਸਮਝਣ ਦਿਓ। ਆਪਣਾ ਵੀ, ਹਰ ਔਰਤ ਦੇ ਪਿੱਛੇ, ਹਰ ਆਦਮੀ ਦੇ ਪਿੱਛੇ ਇੱਕ ਸਟਰਗਲ ਰਹਿੰਦਾ ਹੈ, पर दुनिया सक्सेस ਨੂੰ सल्यूट करती है, स्ट्रगल कोई नहीं देखता, चाहे प्रोफेशनल लाइफ हो चाहे पर्सनल लाइफ, बैलेंस करना आना चाहिए। ਮੈਡਮ ਤਰਨਤਾਰਨ ਦਾ ਇੱਕ ਤਾਂ ਰੇਪ ਕੇਸ ਤੁਹਾਡੇ ਕੋਲ ਆਇਆ ਹੈ। 2.5 ਸਾਲ ਤੋਂ ਕੁੜੀ ਆਪਣੇ ਇਨਸਾਫ ਲਈ ਭੱਜ ਰਹੀ ਹੈ। देखो, मेरे को 19 आई सी पिछे आज DSP ਨੂੰ ਚਲਾਨ ਪੇਸ਼ ਕਰਨ ਵਾਸਤੇ ਤੇ ਅਰੈਸਟ ਕਰਨ ਵਾਸਤੇ ਜਲਦੀ ਆਰਡਰ ਕਰ ਦਿੱਤੇ ਗਏ ਨੇ। ਇਹੋ ਜਿਹੇ ਕੇਸਿਸ ਦੇ ਪੁਲਿਸ ਦਾ ਰਵੱਈਆ ਕੀ ਹੈ? ਉਸ ਦੀ ਮਦਰ ਨੂੰ ਗਲਤ ਵਰਡ ਕਹੇ ਜਾ ਰਹੇ ਨੇ। ਹਾਂ, ਮੈਨੂੰ ਉਹਨੇ ਦੱਸਿਆ ਕਿ ਉਹਨੇ ਇੱਕ ਆਫੀਸਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਮਾਂ ਨੂੰ ਅਬਿਊਜ਼ ਕੀਤਾ ਹੈ। ਕਾਰਵਾਈ ਹੋਏਗੀ, ਪੱਕਾ ਹੋਏਗੀ। ਤਲਬ ਕਰ ਲਿੱਤਾ ਗਿਆ ਆਫੀਸਰ ਨੂੰ ਜਿੰਦੇ ਤੇ ਲੜਕੀ ਨੇ ਐਲੀਗੇਸ਼ਨ, ਪਰ ਇਹਦੇ ਨਾਲ ਇਨਵੈਸਟੀਗੇਸ਼ਨ ਵੀ ਹੋਏਗੀ। ਸਾਨੂੰ ਕੁਝ ਪ੍ਰੂਫ ਕਹਿੰਦੀ ਸੀ ਮੈਂ ਪ੍ਰੋਵਾਈਡ ਕਰਵਾਵਾਂਗੀ, ਪਰ ਕਾਰਵਾਈ ਹੋਏਗੀ। ਮੈਨੂੰ ਤੁਹਾਨੂੰ ਲੱਗਦਾ ਲੋਕ ਇਨਸਟੈਂਟ ਰਿਲੀਫ ਚਾਹੁੰਦੇ ਆ, ਬਟ ਲਾਅ ਪ੍ਰਕਿਰਿਆ ਇੰਨੀ ਲੰਬੀ ਹੈ ਕਿ ਲੋਕਾਂ ਇਹ ਤੁਹਾਡੀ ਗੱਲ ਬਹੁਤ ਵਧੀਆ ਹੈ। ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਨਾ, ਦੇਖੋ ਉਹਦੇ 'ਚ ਆਪਾਂ ਸਰਕਾਰ ਨੂੰ ਇੱਕ ਅਪੀਲ ਕਰਨ ਜਾ ਰਹੇ ਹਾਂ। ਆਪਾਂ ਆਪਣੇ ਮਾਨਨੀय ਚੀਫ ਜਸਟਿਸ ਜੀ ਨੂੰ ਵੀ ਇੱਕ ਅਪੀਲ ਕਰਾਂਗੇ, ਫਾਸਟ ਟਰੈਕ ਕੋਰਟ ਬਣਨੀਆਂ ਚਾਹੀਦੀਆਂ ਨੇ। ਜਿਹੜੇ ਕੋਰਟਾਂ 'ਚ ਕੇਸ ਚੱਲ ਰਹੇ ਨੇ, ਅਗਰ ਫਾਸਟ ਟਰੈਕ ਕੋਰਟ ਬਣ ਜਾਣਗੀਆਂ ਇੱਦਾਂ ਦੇ ਡਿਸਪਿਊਟ ਵਾਲੇ ਮੈਟਰਸ ਨੂੰ ਲੈ ਕੇ, ਤੇ ਉਹਦੇ ਨਾਲ ਬੱਚੇ ਮੂਵ ਔਨ ਕਰ ਸਕਣਗੇ। ਫੈਮਲੀਆਂ ਨੂੰ ਲੋਕੀ 10 ਸਾਲ 12 ਸਾਲ ਔਰ ਆਪਾਂ ਇਸ ਦਰਦ ਨੂੰ ਮਹਿਸੂਸ ਕਰਦੇ ਆ, ਔਰ ਬੜੇ ਅੱਛੇ ਐਡਵੋਕੇਟ ਵੀ ਇਸ ਚੀਜ਼ ਨੂੰ ਸਮਝਦੇ ਨੇ, ਪਰ ਹਰ ਕੋਈ ਆਪਣੇ ਆਪ ਨੂੰ ਮਜਬੂਰ ਸਮਝਦਾ ਹੈ। ਤੇ ਆਪਾਂ ਆਪਣੇ ਮਾਨਨੀय ਕੋਰਟ ਨੂੰ ਇੱਕ ਅਪੀਲ ਕਰਾਂਗੇ ਕਿ ਇਹ ਫਾਸਟ ਟਰੈਕ ਕੋਰਟਸ बनना वैसे होना है भारत सरकार ਤੋਂ ਹੀ ਇੱਕ ਆਰਡਰ ਜਿਹੜਾ ਨਿਕਲਣਾ ਹੈ, ਪਰ ਆਪਾਂ ਸਟੇਟ ਦੇ ਵੀ ਆਪਣੇ ਜਿਹੜੇ ਮੁਖੀ ਨੇ ਉਹਨਾਂ ਨੂੰ ਵੀ ਇੱਕ ਅਪੀਲ ਕਰਾਂਗੇ, ਕਿਉਂਕਿ ਇੱਕ ਇਹ ਬੜਾ ਵੱਡਾ ਪੇਨ ਹੈ, ਬੱਚੇ ਮੂਵ ਔਨ ਨਹੀਂ ਕਰ ਪਾਉਂਦੇ। ਤੇ ਸਾਡੀ ਇਹੋ ਕੋਸ਼ਿਸ਼ ਹੈ, ਪਰ ਆਪਾਂ ਆਪਣੀ ਕਮਿਸ਼ਨ ਦੀ ਗੱਲ ਕਰੀਏ ਕਿ ਸਾਡੀ ਕਮਿਸ਼ਨ ਦੀ ਇਹੋ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਤੱਕ ਹੋ ਸਕੇ ਜਲਦ ਤੋਂ ਜਲਦ ਲੋਕਾਂ ਨੂੰ ਰਿਲੀਫ ਮਿਲੇ। ਪਰ ਬਾਰ-ਬਾਰ ਇੱਕੋ ਹੀ ਗੱਲ ਕਹਾਂਗੇ ਕਿ ਥੋੜਾ ਜਿਹਾ ਸਬਰ ਰੱਖੋ, ਥੋੜੀ ਜਿਹੀ ਪੇਸ਼ੈਂਸ ਰੱਖੋ, ਜਸਟਿਸ ਜ਼ਰੂਰ ਹੈ। ਥੈਂਕ ਯੂ ਸੋ ਮਚ। ਹਾਂਜੀ, ਕਿਆ ਨਾਮ ਹੈ? ਰਾਜਵੀਰ ਕੌਰ। ਕੀ ਤਕੜਾ? ਸਾਡਾ ਜ਼ਮੀਨ ਦਾ ਮਸਲਾ ਹੈ, ਮਤਲਬ ਚਾਚਾ ਜੀ ਨਹੀਂ ਵਾਹੁੰਦੇ ਸੀਗੇ ਪਹਿਲਾਂ, ਤੇ ਹੁਣ 10 ਕੁ ਸਾਲ ਤੋਂ ਅਸੀਂ ਇਹਨਾਂ ਕੋਲ ਲਈ ਵਾਪਸ, ਤੇ ਅਸੀਂ ਇਹਨਾਂ ਨੂੰ ਕਹਿੰਦੇ ਕਿ ਸਾਡੇ ਨਾਂ ਕਰ ਦਿਓ, ਨਾਂ ਨਹੀਂ ਕਰਕੇ ਦਿੰਦੇ। ਕਿੰਨੀ ਜਗ੍ਹਾ ਮਿਲੀ? ਹਾਂਜੀ, ਕਿੰਨੀ ਜ਼ਮੀਨ? ਜ਼ਮੀਨ ਸਾਡੀ ਪਤਾ ਨਹੀਂ 4-4 ਕਿੱਲੇ ਮਾਲਕੀ ਸੀ, ਜਿਹਦੇ ਵਿੱਚ 2 ਕਿੱਲੇ ਨਾ ਸਾਨੂੰ ਛੱਡ ਦਿੱਤੇ ਆ, ਪਰ ਸਾਡੇ ਨਾਂ ਨਹੀਂ ਕਰਦੇ। ਕਹਿ ਦਿੰਦੇ ਅਸੀਂ ਕਰ ਦਿੰਦੇ ਆ, ਕਰਦੇ ਨਹੀਂ ਆ। ਕੀ ਇਨਸਾਫ ਮੰਗਦੇ? ਮੈਡਮ ਕੋਲ ਸਾਨੂੰ ਇਹੋ ਇਨਸਾਫ ਚਾਹੀਦਾ ਕਿ ਬਸ ਜੋ ਸਾਡੇ ਮਾਪੇ ਦਾ ਹੱਕ ਹੈ ਉਹ ਸਾਨੂੰ ਦਿੱਤਾ ਜਾਵੇ ਲੈ ਕੇ, ਬਸ ਅਸੀਂ ਇਹੀ ਇਨਸਾਫ ਚਾਹੁੰਦੇ ਹਾਂ। ਥੈਂਕ ਯੂ। हाँ जी, क्या नाम है आपका? ਗੁਰਮੀਤ ਕੌਰ, कहाँ से? ਤਰਨਤਾਰਨ ਦੀ ਰਹਿਣ ਵਾਲੀ। ਮੇਰਾ ਸਰ ਮੇਰੇ ਵੱਲ ਬੱਚਾ ਨਹੀਂ ਹੋਇਆ, 8 ਸਾਲ ਮੇਰੇ ਵਿਆਹ ਨੂੰ ਹੋਇਆ ਵਾ। ਮੇਰੇ ਸਹੁਰਾ ਪਰਿਵਾਰ ਮੇਰੇ ਨਾਲ ਕੁੱਟਮਾਰ ਕਰਦਾ ਰਿਹਾ ਵਾ, ਮੇਰੇ ਤੋਂ ਹਲਫੀਆ ਬਿਆਨ ਤੇ ਸਾਈਨ ਵੀ ਕਰਵਾਏ। ਮੈਂ ਮੈਡਮ ਤੋਂ ਇਨਸਾਫ ਲੈਣ ਆਈ ਹਾਂ। ਮੈਡਮ, ਹਾਂਜੀ ਮੈਡਮ, ਮੈਂ ਸਾਰੇ ਕਹਿੰਦੇ ਤਲਾਕ ਚਾਹੀਦਾ ਵਾ, ਮੈਂ ਤਲਾਕ ਨਹੀਂ ਦੇ ਕੇ ਦੇਣਾ, ਬੱਚਾ ਨਾ ਹੋਣ ਕਾਰਨ ਮੈਂ ਮੈਡਮ ਤੋਂ ਇਨਸਾਫ ਲੈਣ ਆਈ ਹਾਂ। ਕਿੰਨੇ ਦਿਨ ਤੋਂ ਤੁਹਾਡਾ ਕਿਹੜਾ ਚੱਲਦਾ? ਹਾਂਜੀ, ਜਦੋਂ ਦਾ ਮੇਰਾ ਵਿਆਹ ਹੋਇਆ ਉਹ ਤੋਂ 1 ਸਾਲ ਬਾਅਦ, ਕਰੀਬਨ 8 ਸਾਲ ਮੇਰੇ ਵਿਆਹ ਨੂੰ ਹੋ ਗਏ। ਬੱਚਾ ਨਾ ਹੋਣ ਦੇ ਕਾਰਨ ਮੇਰੇ ਨਾਲ ਕੁੱਟਮਾਰ ਸਹੁਰਾ ਪਰਿਵਾਰ ਕਰਦਾ ਰਿਹਾ। ਕਿੱਥੋਂ ਦਾ ਤੁਹਾਡਾ ਪਰਿਵਾਰ? ਸੂਈਆਂ ਕਲਾਂ ਮਜੀਠ ਹਲਕਾ। ਹਾਂਜੀ, ਮੈਡਮ ਤੋਂ ਇਨਸਾਫ ਲੈਣ ਆਈ ਮੈਂ ਉੱਥੇ ਹੀ ਜਾਣਾ ਚਾਹੁੰਦੀ ਹਾਂ, ਆਪਣੇ ਸਹੁਰੇ ਪਰਿਵਾਰ ਦੇ ਵਿੱਚ ਵਾਪਸ। ਮੇਰੇ ਤੋਂ ਹਲਫੀਆ ਬਿਆਨ ਤੇ ਸਾਈਨ ਕਰਵਾਏ। ਲੱਗਦਾ ਕਿ ਤੁਹਾਨੂੰ ਪਾ ਰਹੇ? ਹਾਂਜੀ, ਹੋਈ। क्या नाम है आपका? क्या केस? ਉਹਨਾਂ ਨੇ ਅਸੀਂ ਸਾਨੂੰ 2 ਕਿੱਲੇ ਛੱਡੀ ਹੋਈ ਕਿ ਤੁਸੀਂ ਬਾਹਰ ਕੇ ਟਿੱਕਾ ਲੈ ਸਕਦੇ ਹੋ, ਪਰ ਤੁਹਾਨੂੰ ਨਾਮ ਨਹੀਂ ਕਰਦਾ। ਕਿੰਨੇ ਦਿਨ ਤੋਂ ਬੰਦ ਕਰਦੇ? ਹੋ ਗਿਆ ਹੁਣ ਜਦੋਂ ਦੀ ਅਸੀਂ ਆਪਣੀ ਹੋਸ਼ ਸੰਭਾਲੀ ਸਾਨੂੰ 10-12 ਸਾਲ ਹੋ ਗਏ। 10-12 ਸਾਲ? 10-12 ਜ਼ਮੀਨ ਸਾਲ ਕਿੰਨਾ ਜ਼ਮੀਨ? ਜ਼ਮੀਨ ਸਾਡੀ ਆਪਣੀ। ਸਾਡੇ ਕਹਿੰਦੇ
ਬਸ ਇਹੀ ਕਹਿੰਦੇ ਕਿ ਸਾਈਨ ਕਰਵਾ ਲਓ ਤੇ ਜਦੋਂ ਜਾਈਦਾ ਉਦੋਂ ਕੁਛ ਨਹੀਂ। ਅੱਜ ਤੁਹਾਨੂੰ ਇੱਥੇ ਕਿੰਨਾ ਮਤਲਬ ਇੱਥੇ ਸਾਨੂੰ ਮੈਮ ਨੇ ਬੁਲਾਇਆ, ਕੀ ਕਹਿੰਦੇ ਸਾਨੂੰ ਮਤਲਬ ਉਹਨਾਂ ਨੇ ਇੱਥੇ ਸਾਨੂੰ ਬੁਲਾਇਆ, ਅਸੀਂ ਉਹਨਾਂ ਕੋਲ ਆਪਣਾ ਇਨਸਾਫ ਲੈਣ ਵਾਸਤੇ। ਕਟਿੰਗ